बिस्मिल्लाहिर्रहमानिर्रहीम। अस्सलामुअलैकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमतां फरमाए। अल्लाह ताला सब नूं अपने हिफ्ज़ो ईमान दे विच रखे। अज दे वीलॉग दे विच मैं तुहानूं एक ऐसा अफसोसनाक वाक़या सुणावांगा कि जिहड़ा 24 फरवरी नूं फैसलाबाद अमीपुर बंगला थाना संदलबार दे विच पेश आया और इहदे विच इस तरह के एक 11 साल दा लड़का जिहड़ा एक प्राइवेट निजी स्कूल दे विच एक तकरीब हुंदी आ, ओह अपने टीचर नूं गोली मार दिंदा पिस्तौल दे नाल। गोली मार के ते दौड़ जांदा ते उस फिर टीचर नूं चुक के अलाइड हस्पताल पहुंचाया जांदा ते हुण दसदे ने कि उहदी हालत जिहड़ी आ कुछ ठीक आ, खतरे तो बाहर आ। ते उस लड़के ने ਉਹਨੂੰ टीचर ਨੂੰ ਗੋਲੀ ਕਿਉਂ ਮਾਰੀ, ਉਹਦੀ ਵਜ੍ਹਾ ਕੀ ਸੀ ਤੇ ਔਰ ਉਹਦੇ ਨਾਲ ਹੋਰ ਕਿਹੜਾ ਬੰਦਾ ਮੁਲਵਸ ਸੀ। ਲੜਕਾ ਦੱਸਦੇ ਨੇ ਕਿ 2 ਲੜਕੇ ਸੀ। ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਔਰ ਨਾਲ ਘੰਟੀ ਦੇ ਬਟਨ ਨੂੰ ਜ਼ਰੂਰ ਦਬ ਦੇਣਾ ਤਾਂ ਕਿ ਜਦੋਂ ਵੀ ਨਵੀਂ ਵੀਡੀਓ ਅਪਲੋਡ ਹੋਵੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇਹ ਵਾਕਿਆ ਇਸ ਤਰ੍ਹਾਂ ਕਿ ਫੈਸਲਾਬਾਦ ਦੇ ਵਿੱਚ ਅਮੀਪੁਰ ਬੰਗਲਾ ਇੱਥੇ ਇੱਕ ਸੰਦਲਬਾਰ ਥਾਣਾ, ਉੱਥੇ ਦਾ ਇਹ ਵਾਕਿਆ। ਉੱਥੇ ਇੱਕ ਖਾਨਦਾਨ ਰਹਿੰਦਾ, ਉਸ ਖਾਨਦਾਨ ਦੇ ਸਰਬਰਾਹ ਦਾ ਨਾਮ ਮੁਹੰਮਦ ਬਖਸ਼ ਆ। ਉਹਦੇ 2 ਬੱਚੇ ਆ, ਇੱਕ ਬੇਟਾ ਫੈਜ਼ਾਨ, ਦੂਸਰੀ ਬੇਟੀ ਹਿਫਜ਼ਾ, 22 ਸਾਲ ਦੀ ਉਹਦੀ ਉਮਰ ਆ। ਹਿਫਜ਼ਾ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਬਤੌਰ ਟੀਚਰ ਪੜ੍ਹਾਉਂਦੀ ਆ ਤੇ 24 ਫਰਵਰੀ ਨੂੰ ਸਕੂਲ ਦੀ ਇੱਕ ਤਕਰੀਬ ਸੀ, ਪਾਰਟੀ ਸੀ। ਉਸ ਪਾਰਟੀ ਦੇ ਵਿੱਚ ਸਾਰੇ ਬੱਚੇ ਫਿਰ ਜਦੋਂ ਸਕੂਲ ਦੀ ਕੋਈ ਪਾਰਟੀ ਹੋਵੇ ਬੈਗ ਨਹੀਂ ਲੈ ਕੇ ਆਂਦੇ, ਕੋਈ ਵੰਨ ਸਵੰਨੇ ਕੱਪੜੇ ਸੋਹਣੇ ਸੋਹਣੇ ਪਾ ਕੇ ਆਂਦੇ ਨੇ ਔਰ ਬੜੇ ਸੱਜ ਕੇ ਸੰਵਰ ਕੇ ਆਂਦੇ ਨੇ ਔਰ ਟੀਚਰਾਂ ਵੀ ਫਿਰ ਤੁਹਾਨੂੰ ਪਤਾ ਫਿਰ ਵੱਧ ਤੋਂ ਵੱਧ ਕੱਪੜਾ ਪਾ ਕੇ ਆਉਂਦੀਆਂ, ਬਣ ਠਣ ਕੇ ਆਉਂਦੀਆਂ ਔਰ ਸਕੂਲ ਦੀ ਤਕਰੀਬ ਜਿਸ ਵੇਲੇ ਸ਼ੁਰੂ ਹੋਈ ਸਾਰੀਆਂ ਟੀਚਰਾਂ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਵਗੈਰਾ ਸਾਰੇ ਸਟੇਜ ਤੇ ਖੜੇ ਹੁੰਦੇ, ਲੜਕੇ ਥੱਲੇ ਸਟੇਜ ਤੋਂ ਬੈਠੇ ਹੁੰਦੇ ਨੇ ਔਰ ਸਕੂਲ 'ਚ ਤਕਰੀਬ ਦਾ ਜਿਸ ਵੇਲੇ ਆਗਾਜ਼ ਹੋਣ ਲੱਗਦਾ, ਇੱਕ ਲੜਕਾ 7 ਸਾਲ ਦਾ ਦਾਊਦ ਜਿਹੜਾ ਆਪਣੇ ਟੀਚਰ ਹਿਫਜ਼ਾ ਨੂੰ ਫਾਇਰ ਮਾਰਦਾ, ਪਿਸਟਲ ਕੱਢਦਾ ਔਰ ਧੜਲ ਉਹਦੇ ਫਾਇਰ ਮਾਰਦਾ ਔਰ ਫਾਇਰ ਜਿਹੜਾ ਉਹ ਹਿਫਜ਼ਾ ਜਿਹੜੀ ਟੀਚਰ ਆ ਉਹਦੀ ਲੱਤ ਤੇ ਲੱਗ ਜਾਂਦਾ ਔਰ ਬੱਚਾ ਜਿਹੜਾ ਦਾਊਦ 7ਵੀਂ ਕਲਾਸ ਦਾ ਸਟੂਡੈਂਟ ਆ, 11 ਸਾਲ ਉਹਦੀ ਉਮਰ ਆ, ਦੌੜ ਜਾਂਦਾ। ਹਿਫਜ਼ਾ ਨੂੰ ਫੌਰੀ ਤੌਰ ਤੇ ਚੁੱਕਦੇ ਆ, ਚੁੱਕ ਕੇ ਤੇ ਅਲਾਈਡ ਹਸਪਤਾਲ ਲੈ ਆਉਂਦੇ ਆ। ਅਲਾਈਡ ਹਸਪਤਾਲ ਆ ਕੇ ਇਹਨੂੰ ਦਾਖਲ ਕਰਾਉਂਦੇ ਆ, ਇਹਦਾ ਇਲਾਜ ਮੁਆਲਜਾ ਸ਼ੁਰੂ ਹੋ ਜਾਂਦਾ। ਪੁਲਿਸ ਹੁਣ ਦੱਸਦੀ ਆ ਕਿ ਹਿਫਜ਼ਾ ਨੂੰ ਚੁੱਕ ਗੋਲੀ ਲੱਤ ਤੇ ਲੱਗੀ ਆ, ਇਸ ਵਜ੍ਹਾ ਨਾਲ ਉਹਦੀ ਹਾਲਤ ਜਿਹੜੀ ਆ ਖਤਰੇ ਤੋਂ ਬਾਹਰ ਆ। ਉਹ ਗੋਲੀ ਦਿਲ ਤੇ ਵੀ ਲੱਗ ਸਕਦੀ ਸੀ, ਅਗਰ ਦਿਲ ਦੇ ਉੱਤੇ ਜਾਂ ਸੀਨੇ ਤੇ ਲੱਗ ਜਾਂਦੀ ਤੇ ਹਿਫਜ਼ਾ ਦੀ ਮੌਤ ਵਾਕਿਆ ਹੋ ਸਕਦੀ ਸੀ। ਇਸ ਤਰ੍ਹਾਂ ਹਿਫਜ਼ਾ ਜਿਹੜੀ ਆ ਉਹ ਬਚ ਗਈ ਆ ਤੇ ਹੁਣ ਅਲਾਈਡ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਆ। ਉਸ ਤੋਂ ਬਾਅਦ ਇਸ ਮੁਕੱਦਮੇ ਦਾ ਮੁਦਈ ਜਿਹੜਾ ਮੁਹੰਮਦ ਬਖਸ਼ ਬਣਦਾ, ਜਿਹੜਾ ਹਿਫਜ਼ਾ ਦਾ ਵਾਲਿਦ ਹੁੰਦਾ। ਜਿਸ ਵੇਲੇ FIR ਹੁੰਦੀ ਆ ਤੇ ਪੁਲਿਸ ਤਹਿਕੀਕਾਤ ਦਾ ਆਗਾਜ਼ ਕਰਦੀ ਆ। ਪੁਲਿਸ ਜਿਹੜੀ ਆ ਦਾਊਦ ਨੂੰ ਪਕੜ ਲੈਂਦੀ ਆ। ਦਾਊਦ ਚੁੰਕੇ ਹਜੇ ਨਾਬਾਲਗ ਹੁੰਦਾ ਤੇ ਪੁਲਿਸ ਉਹਦਾ ਬਿਆਨ ਰਿਕਾਰਡ ਕਰਦੀ ਆ। ਇਹ ਜਿਹੜਾ ਪਿਸਟਲ ਆ, ਮੇਰਾ ਇੱਕ ਦੋਸਤ ਆ 8ਵੀਂ ਕਲਾਸ 'ਚ ਔਨ ਜਿਹੜਾ ਉਹ ਪੜਦਾ, ਉਹਦਾ ਆ। ਅਸੀਂ ਦੋਨੋਂ ਬੈਠੇ ਹੋਏ ਸੀ ਤੇ ਉਹ ਪਿਸਟਲ ਲੈ ਕੇ ਆਇਆ ਤੇ ਅਸੀਂ ਚੈੱਕ ਕਰ ਰਹੇ ਸੀ ਇਸ ਤਰ੍ਹਾਂ ਕਿ ਯਕਦਮ ਉਹ ਪਿਸਟਲ ਜਿਹੜਾ ਲੋਡ ਸੀ ਤੇ ਉਹ ਗੋਲੀ ਜਿਹੜੀ ਆ ਕੁਦਰਤੀ ਤੌਰ ਤੇ ਚੱਲ ਜਾਂਦੀ ਔਰ ਹਿਫਜ਼ਾ ਦੀ ਲੱਤ ਦੇ ਉੱਤੇ ਲੱਗ ਜਾਂਦੀ ਆ। ਇਸ ਸਾਰੀ ਤਹਿਕੀਕਾਤ ਦੇ ਵਿੱਚ ਪਤਾ ਲੱਗਦਾ ਕਿ ਇਹ ਗੋਲੀ ਜਿਹੜੀ ਆ ਕੁਦਰਤੀ ਤੌਰ ਤੇ ਚੱਲੀ ਆ, ਉਹਨਾਂ ਨੇ ਜਾਣ ਬੁੱਝ ਕੇ ਨਹੀਂ ਮਾਰੀ, ਕੁਦਰਤ ਵੱਲੋਂ ਚੱਲ ਗਈ। ਲੇਕਿਨ ਜਦੋਂ ਪੁਲਿਸ ਤਹਿਕੀਕਾਤ ਦਾ ਆਗਾਜ਼ ਦਾਊਦ ਦੇ ਤੋਂ ਕਰਦੀ ਆ, ਫਿਰ ਜਦੋਂ ਇਹਨੇ ਸਾਰਾ ਕੁਝ ਦੱਸਿਆ ਕਿ ਔਨ ਜਿਹੜਾ ਮੇਰਾ ਦੋਸਤ ਆ ਉਹ ਪਿਸਟਲ ਲੈ ਕੇ ਆਇਆ ਸੀ, ਉਹਦਾ ਪਿਸਟਲ ਆ, ਪੁਲਿਸ ਫਿਰ ਔਨ ਨੂੰ ਪਕੜਨ ਜਾਂਦੀ ਆ। ਜਿਸ ਵੇਲੇ ਔਨ ਨੂੰ ਪਕੜਨ ਜਾਂਦੀ ਆ, ਉਹ ਜ਼ਰਾ ਤੇਜ਼ ਸਰਾਰ ਬੰਦੇ ਹੁੰਦੇ ਨੇ, ਉਹਨਾਂ ਨੇ ਕਬਲ ਗ੍ਰਿਫਤਾਰੀ ਜ਼ਮਾਨਤ ਕਰਾ ਲਈ ਸੀ। ਪੁਲਿਸ ਫਿਰ ਉੱਥੋਂ ਵਾਪਸ ਆ ਜਾਂਦੀ ਹੈ ਕਿਉਂਕਿ ਉਹਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਸੀ, ਉਹਨਾਂ ਨੇ ਜ਼ਮਾਨਤ ਕਰਾਈ ਹੀ ਸੀ।
ਪੁਲਿਸ ਜਿਹੜੀ ਆ ਇਸ ਕੇਸ ਨੂੰ ਫਿਰ ਤਫਤੀਸ਼ ਕਰਕੇ ਤੇ ਅੱਗੇ ਲੈ ਕੇ ਅਦਾਲਤ ਜਾਂਦੀ ਆ ਤੇ ਫਿਰ ਇਹ ਹੁਣ ਕੇਸ ਜਿਹੜਾ ਅਦਾਲਤ ਚੱਲੇਗਾ, ਅਦਾਲਤ ਫੈਸਲਾ ਕਰੇਗੀ ਕਿ ਇਹਨਾਂ ਨੂੰ ਕੀ ਕਰਨਾ। ਲੇਕਿਨ ਕੁਦਰਤੀ ਗੱਲ ਆ ਕਿ ਇਹ ਗੋਲੀ ਜਿਹੜੀ ਆ ਆਟੋਮੈਟਿਕ ਬਸ ਕੁਦਰਤ ਵੱਲੋਂ ਚੱਲ ਗਈ, ਉਹਨਾਂ ਨੇ ਜਾਣਬੁੱਝ ਕੇ ਹਿਫਜ਼ਤ ਦੇ ਨਹੀਂ ਸੀ ਮਾਰਿਆ ਫਾਇਰ। ਲੇਕਿਨ ਦੇਖਣ ਵਾਲੀ ਗੱਲ ਇਹ ਆ ਕਿ ਉਸ ਵੇਲੇ ਜਿਸ ਵੇਲੇ ਦਾਊਦ ਦੌੜਿਆ ਉੱਥੇ ਕੋਈ ਸਿਕਿਉਰਿਟੀ ਗਾਰਡ ਨਹੀਂ ਸੀ ਹੈਗਾ ਜਿਹੜਾ ਸਿਕਿਉਰਿਟੀ ਗਾਰਡ ਉਹਨੂੰ ਪਕੜ ਸਕਦਾ। ਇਹ ਦਾਊਦ ਕਿਸ ਤਰ੍ਹਾਂ ਦੌੜ ਗਿਆ? ਉਸ ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਇਹ ਆ ਕਿ ਉਸ ਦਿਨ ਸਿਕਿਉਰਿਟੀ ਗਾਰਡ ਸਾਡਾ ਛੁੱਟੀ ਤੇ ਸੀ। ਇੱਕ ਹੀ ਸਿਰਫ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਸੀ, ਉਹਦੀ ਫੌਤਗੀ ਹੋ ਗਈ ਸੀ ਜਿਹਦੀ ਵਜ੍ਹਾ ਨਾਲ ਉਹਨੂੰ ਫਿਰ ਛੁੱਟੀ ਦੇਣੀ ਪਈ। ਉਸ ਤੋਂ ਬਾਅਦ ਕੋਈ ਸਿਕਿਉਰਿਟੀ ਗਾਰਡ ਨਹੀਂ ਸੀ। ਹਾਲਾਂਕਿ ਇਹ ਫਾਇਰ ਜਿਸ ਵੇਲੇ ਮਾਰ ਕੇ ਨੱਸਿਆ ਕੋਈ ਸਕੂਲ ਦਾ ਬੱਚਾ ਜਾਂ ਟੀਚਰ ਜਾਂ ਕੋਈ ਪਕੜ ਸਕਦਾ ਸੀ, ਲੇਕਿਨ ਇਹ ਉੱਥੋਂ ਫਰਾਰ ਹੋ ਗਿਆ। ਫਿਰ ਪੁਲਿਸ ਨੇ, ਕਿਉਂਕਿ ਜੋ ਮਰਜ਼ੀ ਕਰ ਲੋ ਪੁਲਿਸ ਦੀ ਪਕੜ ਦੇ ਵਿੱਚ ਤਾਂ ਫਿਰ ਬੰਦਾ ਆ ਹੀ ਜਾਂਦਾ। ਇਸ ਤਰ੍ਹਾਂ ਫਿਰ ਦਾਊਦ ਨੂੰ ਪੁਲਿਸ ਨੇ ਪਕੜ ਲਿਆ। ਲੇਕਿਨ ਸਵਾਲੀਆ ਨਿਸ਼ਾਨ ਇਹ ਆ ਕਿ ਸਿਕਿਉਰਿਟੀ ਗਾਰਡ ਇੱਕ ਕਿਉਂ ਰੱਖਿਆ ਗਿਆ? ਦੋ ਹੋਣੇ ਚਾਹੀਦੇ ਆ। ਚਲੋ ਅਗਰ ਇੱਕ ਛੁੱਟੀ ਤੇ ਚਲਾ ਜਾਂਦਾ ਤੇ ਪਿੱਛੋਂ ਦੂਸਰਾ ਤਾਂ ਹੋਵੇ ਨਾ, ਕੁਛ ਹਿਫਾਜ਼ਤ। ਅਗਰ ਕੋਈ ਦਹਿਸ਼ਤਗਰਦੀ ਆ ਜਾਣ ਤੇ ਫਿਰ ਕਿਵੇਂ ਰੋਕਿਆ ਜਾਏਗਾ ਉਹਨਾਂ ਨੂੰ? ਤੇ ਇਸ ਵਾਸਤੇ ਕਮ ਸੇ ਕਮ 2 ਸਿਕਿਉਰਿਟੀ ਗਾਰਡ ਤਾਂ ਹੋਣੇ ਚਾਹੀਦੇ ਆ। ਚਲੋ ਇੱਕ ਛੁੱਟੀ ਤੇ ਚਲਾ ਜਾਂਦਾ, ਪਿੱਛੋਂ ਇੱਕ ਡਿਊਟੀ ਦਵੇ। ਇਸ ਤਰ੍ਹਾਂ ਉਹ ਜਿਹੜਾ ਸੀ ਕੇਸ ਦਾਊਦ ਦਾ ਮਾਜ਼ੀ ਜਿਹੜਾ ਦਾਗਦਾਰ ਹੋ ਗਿਆ। ਹਾਲਾਂਕਿ ਇਹ ਕੁਦਰਤ ਵੱਲੋਂ ਗੋਲੀ ਚੱਲੀ ਆ, ਲੇਕਿਨ ਉਹਦੇ ਰਿਕਾਰਡ ਦੇ ਵਿੱਚ ਹੁਣ ਸ਼ਾਮਲ ਹੋ ਗਿਆ ਕਿ ਇਹ ਕਾਤਲ ਆ। ਲੇਕਿਨ ਪੁਲਿਸ ਨੇ ਇਸ ਕੇਸ ਦੇ ਵਿੱਚ ਉਹਨੂੰ ਇਸ ਤਰ੍ਹਾਂ ਕਲੀਅਰ ਕੀਤਾ ਕਿ ਇਹ ਗੋਲੀ ਇਹਦੇ ਕੋਲੋਂ ਕੁਦਰਤ ਵੱਲੋਂ ਚੱਲੀ ਆ। ਲੇਕਿਨ ਉਹਨੇ ਜੁਰਮ ਤਾਂ ਕੀਤਾ ਨਾ, ਉਹਦਾ ਤੁਸੀਂ ਕਹਿ ਲਓ ਕਿ ਉਹਦਾ ਜਿਹੜਾ ਕਰੈਕਟਰ ਆ ਉਹ ਤਾਂ ਦਾਗਦਾਰ ਹੋ ਗਿਆ ਨਾ। ਜਿੱਥੇ ਵੀ ਅਪਲਾਈ ਕਰੇਗਾ ਉਹਦਾ ਪਰਚਾ ਜਿਹੜਾ ਸਾਹਮਣੇ ਆ ਜਾਇਆ ਕਰੇਗਾ ਕਿ ਇਹ ਕਾਤਲ ਆ। ਸਾਡੇ ਜਿਹੜੇ ਮਾਂ-ਬਾਪ ਨੇ, ਵਾਲਿदैन ਨੇ, ਉਹਨਾਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਦੇ ਉੱਤੇ ਨਜ਼ਰ ਰੱਖਣ। ਉਹ ਪਿਸਟਲ ਜਿਹੜਾ ਲੈ ਕੇ ਆਇਆ ਔਨ 13 ਸਾਲਾ 8ਵੀਂ ਕਲਾਸ ਚ ਪੜ੍ਹਦਾ ਸੀ, ਉਹਦੇ ਵਾਲਿदैन ਨੂੰ ਚਾਹੀਦਾ ਸੀ ਕਿ ਉਹ ਪਿਸਟਲ ਕਿਸ ਤਰ੍ਹਾਂ ਲੈ ਕੇ ਸਕੂਲ ਦੇ ਵਿੱਚ ਆ ਗਿਆ। ਚਲੋ ਉਹ ਪਿਸਟਲ ਲਾਇਸੈਂਸ ਯਾਫਤਾ ਸੀ ਤੇ ਲੇਕਿਨ ਵਾਲਿदैन ਨੂੰ ਚਾਹੀਦਾ ਸੀ ਉਹਨੂੰ ਕਿਉਂ ਦਿੱਤਾ, ਜਾਂ ਉਹ ਚੋਰੀ ਕੱਢ ਕੇ ਲੈ ਕੇ ਆਇਆ ਵਾਲਿदैन ਤੋਂ। ਲੇਕਿਨ ਇਹ ਵਾਲਿदैन ਨੂੰ ਚਾਹੀਦਾ ਕਿ ਆਪਣੇ ਬੱਚਿਆਂ ਦੇ ਉੱਤੇ ਪੂਰੀ ਨਜ਼ਰ ਰੱਖਣ ਕਿ ਕਿਸ ਤਰ੍ਹਾਂ ਦੀ ਐਕਟੀਵਿਟੀ ਇਹ ਕਰ ਰਿਹਾ, ਗਲਤ ਬੰਦਿਆਂ ਦੇ ਨਾਲ ਤਾਂ ਨਹੀਂ ਬਹਿ ਰਿਹਾ। ਹੁਣ ਦੇਖੋ ਪਿਸਟਲ ਲੈ ਕੇ ਗਿਆ, ਹੁਣ ਦੋਨਾਂ ਦੇ ਮੁਕੱਦਮਾ ਚੱਲੇਗਾ ਤੇ ਕੀ ਹੋਏਗਾ? ਇਹਨਾਂ ਦੇ ਉੱਤੇ ਇੱਕ ਧੱਬਾ ਲੱਗ ਗਿਆ ਤੇ ਇਹ ਸਾਰੀ ਉਮਰ ਜਿਹੜਾ ਧੱਬਾ ਜਿਹੜਾ ਨਾ ਇਹਨਾਂ ਦੇ ਉੱਤੇ ਦਾਗ ਜਿਹੜਾ ਲੱਗਾ ਇਹ ਖਤਮ ਨਹੀਂ ਹੋ ਸਕਦਾ। ਗਾਂ ਅੱਗੇ ਚੱਲ ਕੇ ਇਹਨਾਂ ਨੂੰ ਗਵਰਨਮੈਂਟ ਦੀ ਨੌਕਰੀ ਵਾਸਤੇ ਵੀ ਮੁਸ਼ਕਲਾਤ ਪੇਸ਼ ਆਣਗੀਆਂ। ਹਜੇ ਤੇ 7ਵੀਂ 8ਵੀਂ ਚ ਪੜ੍ਹਦੇ ਨੇ। ਇਸ ਵਾਸਤੇ ਹਰ ਵਾਲਿदैन ਨੂੰ ਚਾਹੀਦਾ ਆਪਣੇ ਬੱਚਿਆਂ ਦੇ ਉੱਤੇ ਨਜ਼ਰ ਰੱਖਣ, ਐਸਾ ਕੰਮ ਨਾ ਕਰਨ ਕਿ ਆने ਵਾਲੇ ਵਕਤ ਦੇ ਵਿੱਚ ਮੁਸ਼ਕਲਾਤ ਆਣ। ਤੇ ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਈਮਾਨ ਦੇ ਵਿੱਚ ਰੱਖੇ। अस्सलामु अलैकुम व रहमतुल्लाहि व बरकातहू।